ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਮਿਲ ਰਿਹਾ, ਜਦ ਕਿ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਕਿ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜੇ ਹੋਏ ਸੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ, ਸੰਗਰੂਰ ਲੋਕ ਸਭਾ ਸੀਟ ਇਹਨਾਂ ਦੇ ਹੱਥੋਂ ਨਿਕਲ ਗਈ। ਇਹਨਾਂ ਨੇ ਕਈ ਦਿਨ ਆਪਦਾ ਮੰਥਨ ਜਾਂ ਕੀਤਾ ਬੈਠ ਕੇ, ਭਾਵੇਂ ਕੋਰ ਕਮੇਟੀ ਸੀ ਭਾਵੇਂ ਦੂਜੀ ਸੀ। ਅਕਾਲੀ ਦਲ ਦੇ ਪ੍ਰਧਾਨ ਮੌਜੂਦਾ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਬੈਠ ਕੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਹਿੰਦੇ ਸੀ ਤੇ ਉਹ ਸਿਰਫ ਸੁਣਦੇ ਸੀ। ਲੀਡਰਸ਼ਿਪ ਵਿੱਚ ਤਬਦੀਲੀ ਦੀ ਜ਼ਰੂਰਤ ਹੈ, ਇਹਨਾਂ ਨੂੰ ਨਵਾਂ ਨਹੀਂ ਮਿਲ ਰਿਹਾ। ਕਾਰਨ ਕੀ ਹੈ ਕਿ ਸਰਮਾਏ ਦੇ ਪੱਖ ਤੋਂ ਕੋਈ ਦੂਜਾ ਬੰਦਾ ਸੁਖਬੀਰ ਸਿੰਘ ਬਾਦਲ ਦੇ ਨੇੜੇ ਤੇੜੇ ਨਹੀਂ ਜਾਂਦਾ। ਅਕਾਲੀ ਦਲ ਦਾ ਜਿਉਂਦਾ ਰਹਿਣਾ ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ। ਅਕਾਲੀ ਦਲ ਖੇਤਰੀ ਪਾਰਟੀ ਕਿਸੇ ਰਾਜ ਲਈ ਜੇ ਖੜੀ ਰਹਿੰਦੀ ਹੈ ਤਾਂ ਉਸ ਰਾਜ ਲਈ ਸ਼ੁਭ ਸ਼ਕਨ। ਸਿਮਰਨਜੀਤ ਸਿੰਘ ਮਾਨ ਹੁਣ ਮੈਂਬਰ ਲੋਕ ਸਭਾ ਬਣ ਚੁੱਕੇ ਨੇ ਤੇ ਇਸੇ ਦੇ ਚੱਲਦੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਤੇ ਐਸਜੀਪੀਸੀ ਚੋਣਾਂ ਵੀ ਕਰਵਾਈਆਂ ਜਾਣਗੀਆਂ। ਉਹਨਾਂ ਨੇ ਤਾਂ ਇੱਥੋਂ ਤੱਕ ਕਿ ਦੋਹੇ ਰਾਸ਼ਟਰਪਤੀ ਉਮੀਦਵਾਰਾਂ ਨੂੰ ਕਹਿਤਾ ਕਿ ਪੰਜਾਬ ਦੀਆਂ ਕੁਝ ਮੰਗਾਂ ਨੇ, ਇਹਦੇ ਬਾਰੇ ਦੱਸਿਓ ਤੁਸੀਂ, ਤੁਹਾਡਾ ਕੀ ਖਿਆਲ ਹੈ, ਕੀ ਕਰੋਗੇ ਕੀ ਨਹੀਂ ਕਰੋਗੇ। ਜਿਹੜਾ ਦੋਨਾਂ ਚੋਂ ਦ੍ਰੋਪਦੀ ਮੁਰਮੂ ਜਾਂ ਯਸ਼ਵੰਤ ਸਿਨਹਾ, ਇਹਨਾਂ ਦੋਨਾਂ ਚੋਂ ਜਿਹੜਾ ਵੀ ਹਾਮੀ ਭਰੇਗਾ ਮੈਂ ਉਹਦੇ ਨਾਲ ਖੜਾਂਗਾ, ਉਹਨੂੰ ਆਪਣੀ ਵੋਟ ਦੇਵਾਂਗਾ। ਉਹਨਾਂ ਨੇ ਇਹ ਵੀ ਕਿਹਾ ਕਿ 11 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਤੇ ਉਹਨਾਂ ਚੋਣਾਂ ਨੂੰ ਕਰਾਉਣ ਵਾਸਤੇ ਵੀ ਮੈਂ ਗ੍ਰਹਿ ਮੰਤਰਾਲੇ ਨਾਲ ਤੇ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਕਰਾਂਗਾ। ਸਿੱਧੂ ਮੂਸੇਵਾਲਾ ਨੇ ਆਪਣਾ SYL ਗੀਤ ਗਾਇਆ ਤੇ ਉਹਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲੈ ਦਿੱਤਾ, ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਨਾਮ ਆ ਚੁੱਕਾ ਹੈ ਤੇ ਇਸੇ ਦੇ ਚੱਲਦਿਆਂ ਹੁਣ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਵੀ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਲਗਾਉਣ ਦਾ ਫੈਸਲਾ ਕੀਤਾ ਗਿਆ। ਫੈਸਲਾ ਕੀਤਾ ਕਿ ਬਲਵਿੰਦਰ ਜਟਾਣਾ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਈ ਜਾਵੇਗੀ। ਇਹ ਸ਼੍ਰੋਮਣੀ ਕਮੇਟੀ ਦਾ ਤੇ ਉਹਨਾਂ ਦਾ ਫੈਸਲਾ ਹੈ। ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਮਾਮਲੇ ਸਿਆਸੀ ਤੌਰ ਤੇ ਖੜਾ ਕਰਨ ਵਾਸਤੇ ਇੱਕ ਪਾਰਟੀ ਨੇ ਕੀਤੇ ਨੇ ਤੇ ਬੋਲਵਾਲਾ ਅਜੇ ਵੀ ਉਸੇ ਪਾਰਟੀ ਦਾ ਉੱਥੇ। ਤਾਂ ਬਲਵਿੰਦਰ ਸਿੰਘ ਜਟਾਣੇ ਦੀ ਤਸਵੀਰ ਨੂੰ ਕਿਤੇ ਇਹ ਤਾਂ ਨਹੀਂ ਸੋਚਿਆ ਜਾ ਰਿਹਾ ਕਿ ਜਿਵੇਂ ਬੰਦੀ ਸਿੱਖਾਂ ਦਾ ਮਾਮਲਾ ਉਠਾਇਆ ਗਿਆ ਸੀ, ਇਹਦੇ ਨਾਲ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਉਹਨਾਂ ਪ੍ਰਤੀ ਕੋਈ ਨਾ ਕੋਈ ਤਬਦੀਲੀ ਆਵੇ। ਤੇ ਹੁਣ ਇੱਕ ਵਾਰ ਫਿਰ 16 ਦੇ ਕਰੀਬ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਚੋਣਾਂ ਦਾ ਭੂਤ ਸਵਾਰ ਹੋ ਗਿਆ ਸੀ ਉਹਨਾਂ ਦੇ ਉੱਤੇ, ਉਹਨਾਂ ਨੂੰ ਦੁਬਾਰਾ ਇਸ ਮੋਰਚੇ ਦਾ ਹਿੱਸਾ ਬਣਾਇਆ ਜਾਊਗਾ। ਦੁਬਾਰਾ ਫਿਰ ਇਸ ਮੋਰਚੇ ਦੇ ਵਿੱਚ ਸ਼ਾਮਲ ਕਰਦੇ ਹਾਂ। ਉਹ ਲਗਭਗ 16 ਕਿਸਾਨ ਜਥੇਬੰਦੀਆਂ ਦੇ ਆਗੂ ਸੀ। ਇਹ ਵੱਡਾ ਫੈਸਲਾ ਉਹਨਾਂ ਨੇ ਕੀਤਾ ਤੇ 31 ਤਰੀਕ ਦੀ ਲਾਮਬੰਦੀ ਵਾਸਤੇ ਉਹ ਲਗਾਤਾਰ ਇੱਕ ਦੂਜੇ ਦੇ ਨਾਲ ਸੰਪਰਕ ਸਾਧ ਰਹੇ ਨੇ। ਲੇਕਿਨ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੱਤੇ ਬੜਾ ਜੰਗਲ ਬਚਾਉਣ ਵਾਸਤੇ ਅੱਜ ਇਸ ਵੇਲੇ ਮਤਲਬ ਸਵੇਰ ਤੋਂ ਆਪਾਂ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਉੱਥੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ, ਜਿਹੜਾ ਉੱਥੇ ਸੰਘਰਸ਼ ਮੱਤੇ ਬੜਾ ਜੰਗਲ ਨੂੰ ਬਚਾਉਣ ਵਾਸਤੇ ਚੱਲ ਰਿਹਾ ਹੈ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਖਬਰ ਤੋੜ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਰਚਾ ਕਰਦੇ ਹਾਂ। ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਟੂਡੀਓ 'ਚ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਧਰਮਿੰਦਰ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲੀ ਖਬਰ, ਪੰਜਾਬ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਇਆ। 5 ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਸਹੁੰ ਚੁੱਕ ਸਮਾਗਮ ਹੋਇਆ ਤੇ ਉਹਨਾਂ ਨੂੰ ਅਹੁਦੇ ਵਿਭਾਗ ਵੀ ਦੇ ਦਿੱਤੇ ਗਏ। ਦੇਖੋ, ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਪਹਿਲੀ ਵਾਰ ਉਹ ਆਪ ਤੇ 10 ਹੋਰ ਮੰਤਰੀ ਬਣੇ ਸੀ ਜੀ। ਇੱਕ ਮੰਤਰੀ ਉਹਨਾਂ ਦੇ 92 ਹੀਰਿਆਂ ਚੋਂ ਉਹ ਕਿਸੇ ਪਾਸੇ ਹੋਰ ਚਲਿਆ ਗਿਆ। ਸਾਰਿਆਂ ਨੂੰ ਪਤਾ ਆਪਾਂ ਕਾਹਨੂੰ। ਮੇਰਾ ਕਹਿੰਦਾ ਮਤਲਬ ਹੈ ਕਿ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਹਲੇ ਵੀ 3 ਮੰਤਰੀਆਂ ਦੀ ਜਗ੍ਹਾ ਹੋ ਰਹੇਗੀ ਜੀ। ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਆਪ ਕਹਿੰਦੇ ਸੀ ਕਿ ਮੇਰੇ ਕੋਲ ਮਹਿਕਮਿਆਂ ਦਾ ਬੋਝ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਜਿਹੜਾ ਹੈਗਾ ਇਹ ਹੋਰ ਬੰਦਿਆਂ ਨੂੰ ਭਾਰ ਦੇਣਾ ਚਾਹੁੰਦਾ ਜੀ। ਉਹਨਾਂ ਨੇ ਕਰਤਾ। ਇਹਦੇ ਵਿੱਚ 5 ਨਵੇਂ ਮੰਤਰੀ ਆਏ, ਜਿਹਦੇ ਵਿੱਚੋਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਜੀ, ਸਮਾਣਾ ਦੇ ਵਿਧਾਇਕ
ਚੇਤਨ ਸਿੰਘ ਜੌੜੇ ਮਾਜਰਾ, ਗੁਰੂ ਹਰਸਹਾਏ ਤੋਂ ਵਿਧਾਇਕ ਆਪਣੇ ਫੌਜਾ ਸਿੰਘ ਸਰਾਰੀ ਜੀ, ਖਰੜ ਤੋਂ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਜੀ, ਤੇ ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਇੰਦਰਜੀਤ ਸਿੰਘ ਨਿੱਜਰ। ਇਹ 5 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਲਿਆ ਕੇ ਇਹਨਾਂ ਨੂੰ ਪੰਜਾਂ ਨੂੰ ਵੱਖਰੇ ਵੱਖਰੇ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ। ਆਮਨ ਅਰੋੜਾ ਕੋਲੇ ਸ਼ਹਿਰੀ ਵਿਕਾਸ ਤੇ ਲੋਕ ਸੰਪਰਕ ਵਿਭਾਗ, ਡਾਕਟਰ ਨਿੱਜਰ ਕੋਲੇ ਸਥਾਨਕ ਸਰਕਾਰਾਂ, ਅਨਮੋਲ ਗਗਨ ਮਾਨ ਕੋਲੇ ਜਿਹੜਾ ਸੱਭਿਆਚਾਰ ਬਾਰੇ ਮੰਤਰਾਲਾ ਹੈਗਾ, ਚੇਤਨ ਸਿੰਘ ਜੌੜੇ ਮਾਜਰਾ ਨੂੰ ਦਿੱਤਾ ਗਿਆ ਹੈ ਰੱਬ ਤੁਹਾਡਾ ਭਲਾ ਕਰੇ ਸਿਹਤ ਤੇ ਮੈਡੀਕਲ ਸਿੱਖਿਆ, ਫੌਜਾ ਸਿੰਘ ਸਰਾਰੀ ਨੂੰ ਦਿੱਤਾ ਗਿਆ ਬਾਗਬਾਨੀ ਤੇ ਕੁਝ ਹੋਰ ਮਹਿਕਮੇ ਨਾਲ ਜੋੜੇ ਗਏ ਨੇ। ਸੋ ਸਾਰੇ ਮੰਤਰੀਆਂ ਨੇ ਆਪੋ ਆਪਣੇ ਅਹੁਦੇ ਸੰਭਾਲੇ ਨੇ। ਉਹਨਾਂ ਦੇ ਅਹੁਦੇ ਸੰਭਾਲਣ ਤੋਂ ਬਾਅਦ ਉਹ ਇਹਦੇ ਤੇ ਕੰਮਕਾਰ ਵੀ ਕਰਨ ਲੱਗ ਪਏ ਨੇ। ਸੋ ਇਹ ਮੰਤਰੀ ਮੰਡਲ ਦੇ ਵਿੱਚ ਵਾਧਾ, ਕਈ ਕਹਿੰਦੇ ਨਾਰਾਜ਼ ਨਰੂਜ ਵੀ ਹੋਏ ਫਿਰਦੇ ਨੇ, ਪਤਾ ਨਹੀਂ ਉਹ ਕਿੰਨੇ ਕੁ ਨਾਰਾਜ਼ ਨੇ ਜਾਂ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ। ਪਰ ਉਹਨਾਂ ਨੂੰ ਹੁਣ ਮੰਤਰੀ ਮੰਡਲ ਦੇ ਵਿੱਚ ਲੈ ਆਂਦਾ ਹੈ। ਕੁਝ ਮਹਿਕਮੇ ਜਿਹੜੇ ਆ ਇੱਧਰ ਉੱਧਰ ਕੀਤੇ ਗਏ, ਤਬਦੀਲ ਵੀ ਕੀਤੇ ਗਏ। ਜਿਵੇਂ ਮੀਤ ਹੇਅਰ ਸਾਹਿਬ ਕੋਲੇ ਮਹਿਕਮਾ ਸੀ ਸਕੂਲ ਸਿੱਖਿਆ ਦਾ, ਉਹ ਉਹਨਾਂ ਤੋਂ ਲੈ ਕੇ ਹਰਜੋਤ ਬੈਂਸ ਸਾਹਿਬ ਨੂੰ ਦੇ ਦਿੱਤਾ ਗਿਆ। ਇਸੇ ਤਰ੍ਹਾਂ ਜਿਹੜਾ ਬ੍ਰਹਮ ਸ਼ੰਕਰ ਜਿੰਪਾ ਹੈ, ਇਹਦੇ ਕੋਲੇ ਸਿੰਜਾਈ ਮੰਤਰਾਲਾ ਸੀ, ਉਹ ਵੀ ਉਹਨਾਂ ਤੋਂ ਵਾਪਸ ਲੈ ਲਿਆ ਗਿਆ। ਜਿੰਪਾ ਸਾਹਿਬ ਕੋਲੇ ਤਾਂ ਮਾਲ ਮਹਿਕਮਾ ਹੀ ਸੂਤ ਨਹੀਂ ਆਉਂਦਾ, ਉਹਨਾਂ ਦੀ ਰੋਜ਼ ਮਾਲ ਅਫਸਰਾਂ ਦੇ ਨਾਲ 36 ਦਾ ਅੰਕੜਾ ਬਣਿਆ ਹੋਇਆ ਹੈ। ਬਾਹਰ ਵੜਕ ਮਾਰ ਦਿੰਦੇ ਨੇ ਤੇ ਪਤਾ ਲੱਗਦਾ ਕਿ ਬਾਅਦ ਦੇ ਵਿੱਚ ਉਹ ਫੋਨ ਕਰਕੇ ਉਹਨਾਂ ਨੂੰ ਸੱਦੇ ਵੀ ਹੈ ਵੀ ਆਓ ਬਹਿ ਕੇ ਗੱਲ ਕਰ ਲਈਏ। ਸਿਆਣਪ ਇਸੇ 'ਚ ਹੁੰਦੀ ਹੈ ਕਿ ਤੁਸੀਂ ਮਿਲ ਕੇ, ਤੁਸੀਂ ਮੰਤਰੀ ਹੋ, ਉਹ ਤੁਹਾਡੇ ਅਧਿਕਾਰੀ ਨੇ, ਤੁਸੀਂ ਲੀਡ ਕਰਨਾ ਤੇ ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਉਹ ਚੰਗੀ ਗੱਲ ਹੁੰਦੀ ਜੀ। ਟੁੱਲ ਸਾਹਿਬ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜੋ ਹਿੱਸਾ ਬਣ ਗਈਆਂ ਸਨ ਨਵੇਂ ਸੰਯੁਕਤ ਸਮਾਜ ਮੋਰਚੇ ਦਾ, ਤੇ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਹੱਥ ਅਜ਼ਮਾਏ ਪਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਸੰਯੁਕਤ ਕਿਸਾਨ ਮੋਰਚੇ ਤੋਂ ਜਥੇਬੰਦੀਆਂ ਨੇ ਥੋੜ੍ਹਾ ਜਿਹਾ ਪਿੱਛੇ ਹਟਣ ਦਾ ਫੈਸਲਾ ਲਿਆ ਸੀ ਤੇ ਹੁਣ ਇੱਕ ਵਾਰ ਫਿਰ 16 ਦੇ ਕਰੀਬ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਗਾਜ਼ੀਆਬਾਦ ਦੇ ਵਿੱਚ ਜੀ। ਰਾਕੇਸ਼ ਟਕੈਤ ਸਾਹਿਬ ਉੱਥੇ ਸੀਗੇ, ਸਾਰੇ ਇਹ ਆਗੂ ਹੈ। ਮੇਰੀ ਜਾਣਕਾਰੀ ਮੁਤਾਬਕ ਇਹਦੇ ਵਿੱਚ ਇੱਕ ਫੈਸਲਾ ਇਹ ਵੀ ਲਿਆ ਸ਼ਾਇਦ 31 ਜੁਲਾਈ ਨੂੰ, ਬਿਲਕੁਲ ਜੀ, ਇੱਕ 11 ਤੋਂ 4 ਵਜੇ ਤੱਕ ਚੱਕਾ ਜਾਮ ਵੀ ਰੱਖਣਗੇ। ਲੇਕਿਨ ਉਹਦੇ 'ਚ ਇਹਨਾਂ ਨੇ ਵੱਡਾ ਫੈਸਲਾ, ਵੱਡਾ ਦਿਲ ਦਿਖਾਉਂਦਿਆਂ ਕਿਹਾ ਕਿ ਜਿਹੜੇ ਸਾਥੀ ਸਾਡੇ ਯਾਰ ਕਿਸੇ ਕਾਰਨ ਕਰਕੇ ਸਾਨੂੰ ਛੱਡ ਗਏ ਸੀ ਔਰ ਚੋਣਾਂ ਦਾ ਭੂਤ ਸਵਾਰ ਹੋ ਗਿਆ ਸੀ ਉਹਨਾਂ ਦੇ ਉੱਤੇ, ਉਹਨਾਂ ਨੂੰ ਦੁਬਾਰਾ ਇਸ ਮੋਰਚੇ ਦਾ ਹਿੱਸਾ ਬਣਾਇਆ ਜਾਊਗਾ, ਦੁਬਾਰਾ ਫੇਰ ਇਸ ਮੋਰਚੇ ਦੇ ਵਿੱਚ ਸ਼ਾਮਲ ਕਰਦੇ ਹਾਂ। ਉਹ ਲਗਭਗ 16 ਕਿਸਾਨ ਜਥੇਬੰਦੀਆਂ ਦੇ ਆਗੂ ਸੀ। ਇਹ ਵੱਡਾ ਫੈਸਲਾ ਉਹਨਾਂ ਨੇ ਕੀਤਾ ਤੇ 31 ਤਰੀਕ ਦੀ ਲਾਮਬੰਦੀ ਵਾਸਤੇ ਉਹ ਲਗਾਤਾਰ ਇੱਕ ਦੂਜੇ ਦੇ ਨਾਲ ਸੰਪਰਕ ਸਾਧ ਰਹੇ ਨੇ। ਲੇਕਿਨ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੱਤੇ ਬੜਾ ਜੰਗਲ ਬਚਾਉਣ ਵਾਸਤੇ ਅੱਜ ਇਸ ਵੇਲੇ ਮਤਲਬ ਸਵੇਰ ਤੋਂ ਆਪਾਂ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਉੱਥੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ, ਜਿਹੜਾ ਉੱਥੇ ਸੰਘਰਸ਼ ਮੱਤੇ ਬੜਾ ਜੰਗਲ ਨੂੰ ਬਚਾਉਣ ਵਾਸਤੇ ਚੱਲ ਰਿਹਾ ਹੈ ਜੀ। ਢਿੱਲੋਂ ਸਾਹਿਬ, ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਜਨਤਕ ਕਰ ਦਿੱਤੀ ਗਈ, ਸਿੱਖ ਆਗੂਆਂ ਨੂੰ ਰਿਪੋਰਟ ਸੌਂਪ ਦਿੱਤੀ ਗਈ, ਪਰ ਉਸ ਤੋਂ ਬਾਅਦ ਦੇ ਵਿੱਚ ਵੀ ਕਈ ਆਗੂਆਂ ਨੇ ਇਤਰਾਜ਼ ਜ਼ਾਹਰ ਕੀਤਾ ਤੇ ਇਸੇ ਦੇ ਚੱਲਦਿਆਂ ਜਿੰਨੇ ਵੀ ਸਿਆਸੀ ਆਗੂ ਨੇ, ਵਿਰੋਧੀ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਆਪਣੇ ਪ੍ਰਤੀਕਰਮ ਦਿੱਤੇ ਨੇ। ਦੇਖੋ, ਦੋ ਚੀਜ਼ਾਂ ਵਾਪਰੀਆਂ ਇਸ ਦੇ ਵਿੱਚ। ਇੱਕ ਤਾਂ ਭਗਵੰਤ ਸਿੰਘ ਮਾਨ ਨੇ ਬੁਲਾ ਕੇ ਜਿਹੜੀ ਇਹ SPS ਪਰਮਾਰ ਵਾਲੀ ਜਾਂਚ ਰਿਪੋਰਟ ਸੀ, ਉਹ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਕੁਝ ਆਗੂਆਂ ਨੂੰ, ਜਿਹਦੇ ਵਿੱਚ ਸਰਦਾਰ ਅਮਰੀਕ ਸਿੰਘ ਅਜਨਾਲਾ ਤੇ ਹੋਰ ਨੇ ਜੀ। ਇਹਦੇ ਬਾਰੇ ਪ੍ਰਚਾਰ ਬੜਾ ਕੀਤਾ ਜਾ ਰਿਹਾ। ਇੱਕ ਪਾਸੇ ਕਿਉਂਕਿ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਇਹ ਸਾਰਾ ਕੁਝ ਵਾਪਰਿਆ ਸੀ, ਲੋਕ ਉਹਨਾਂ ਨੂੰ ਦੋਸ਼ੀ ਸਮਝਦੇ ਸੀ। ਅਸੀਂ ਕਈ ਵਾਰ ਇਹ ਚੀਜ਼ ਸਪਸ਼ਟ ਕੀਤੀ ਕਿ ਇਹ ਮਾਮਲਾ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ ਨਾਲ ਸੰਬੰਧਿਤ ਹੈ ਜੀ, ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ। ਉਹਨਾਂ ਦੀ ਸਰਕਾਰ ਸੀ, ਉਹ ਕਹਿੰਦੇ ਆ ਸਾਨੂੰ ਤਾਂ ਕਲੀਨ ਚਿੱਟ ਦੇਤਾ, ਆਪਣੀ ਥਾਪੀ ਪਿੱਠ ਆਪ ਹੀ ਥਾਪੀ ਜਾਂਦੇ ਆ। ਭਲਾ ਉਹਨਾਂ ਨੂੰ ਇਹ ਕੋਈ ਪੁੱਛੇ ਵੀ ਤੁਹਾਨੂੰ ਕਹਿੰਦਾ ਕੌਣ ਹੈ? ਜਿਹੜੀ ਇਹ ਬੀੜ ਚੋਰੀ ਕੀਤੀ ਸੀ, ਇਹ ਕੀਤੀ ਸੀ ਡੇਰਾ ਪ੍ਰੇਮੀਆਂ ਨੇ। ਉਹਨਾਂ ਨੇ, ਕਿਉਂਕਿ ਉਹਨਾਂ ਦੇ ਕਹਿੰਦੇ ਸਾਡੇ ਗੁਰੂ ਦੀ ਫਿਲਮ ਨਹੀਂ ਲੱਗਣ ਦਿੰਦੇ, ਉਹਦੇ ਸਿੱਖ ਪ੍ਰਚਾਰਕਾਂ ਨੇ ਪ੍ਰਚਾਰ ਕਰਕੇ ਉਹਦੇ ਜਿਹੜੇ ਲੌਕਟ ਸੀ
ਉਹ ਸੱਟੇ ਗਏ ਤੇ ਪੈਰਾਂ ਥਲ ਮਧੋਲੇ ਗਏ ਕੋਟਕਪੂਰੇ ਦੇ ਵਿੱਚ। ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ, ਲਲਕਾਰਿਆ। ਅੱਜ ਇਹ ਕਹਿਣਾ ਕਿ ਸਾਡਾ ਤਾਂ ਦੇਖੋ ਜੀ ਕਲੀਨ ਚਿੱਟ ਦੇਤੀ, ਆਪਣੇ ਆਪ ਦੇ ਵਿੱਚ ਹਾਸੋਹੀਣ ਹੈ। ਸਰਕਾਰ ਤਾਂ ਥੋੜੀ ਸੀ, ਤੁਸੀਂ ਉਦੋਂ ਇਸ ਗੱਲ ਦੇ ਵਿੱਚ ਨਾਕਾਮ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਹਨੇ ਚੋਰੀ ਕੀਤੀ, ਨਾਕਾਮ ਰਹੇ ਜਾਂ ਕਈਆਂ ਨੇ ਤੁਹਾਨੂੰ ਕੰਮ ਕਰਨ ਨਹੀਂ ਦਿੱਤਾ, ਕਿਉਂਕਿ ਇੱਕ ਸੌਦਾ ਵੱਜਿਆ ਵਾ ਸੀ ਵੋਟਾਂ ਦੇ ਨਾਲ। ਇਹਦੀ ਵੀ ਹੁਣ ਕਈ ਜਾਂਚ ਦੀ ਮੰਗ ਕਰ ਰਿਹਾ ਕਿ ਜਿਹੜਾ 2007 ਦੇ ਵਿੱਚ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੋਸ਼ਾਕ ਪਾ ਕੇ ਸਾਂਗ ਕਰਕੇ ਇੱਕ ਵੱਡੀ ਪੱਧਰ ਦੇ ਉੱਥੇ ਲੋਕਾਂ ਨੂੰ ਰੂਹ ਅਫਜਾ ਪਿਆ ਕੇ ਕਿਹਾ ਸੀ ਕਿ ਮੈਂ ਜਾਮੇ ਇਨਸਾਫ ਪਿਆ ਰਿਹਾ, ਉਹ ਕੇਸ ਅਕਾਲੀ ਸਰਕਾਰ ਨੇ 30 ਜਨਵਰੀ 2012 ਨੂੰ ਵਾਪਸ ਲੈ ਲਿਆ ਸੀ। ਬਹੁਤ ਸਾਰਿਆਂ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਉਹਦੀ ਫਾਈਲ ਦੁਬਾਰਾ ਖਲਾਈ ਜਾਵੇ। ਉਹ ਜਿਹੜੀ ਵਾਪਸ ਲਿਆ ਗਿਆ ਸੀ ਗਲਤ ਹੈ। ਲੋਕਾਂ ਦੇ ਵਿੱਚ ਇਹ ਵੀ ਪ੍ਰਚਾਰ ਹੈ ਕਿ ਜੇ ਉਸ ਕੇਸ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਡੇਰਾ ਮੁਖੀ ਤੇ ਕਰ ਦਿੱਤੀ ਜਾਂਦੀ ਤਾਂ ਹੋ ਸਕਦਾ ਬੇਅਦਬੀ ਵਾਲੀ ਘਟਨਾ ਵਾਪਰਦੀ ਕੋਈ ਨਾ, ਤੇ ਜਿਨ੍ਹਾਂ ਦੀ ਸਥਿਤੀ ਬਹੁਤ ਹਾਸੋਹੀਣੀ ਹੋਈ ਹੈ, ਹੋ ਸਕਦਾ ਜੇ ਉਹ ਸਹੀ ਕਾਰਵਾਈ ਵਾਲੇ ਪਾਸੇ ਤੁਰ ਪੈਂਦੇ, ਵੋਟਾਂ ਭਾਵੇਂ ਨਾ ਮਿਲਦੀਆਂ ਪਰ ਜਿਹੜੀ ਅੱਜ ਸਥਿਤੀ ਬਣੀ ਹੈ ਇਹਨਾਂ ਦੀ, ਇਹ ਨਾ ਬਣਦੀ ਜੀ। ਸੋ ਤੀਜੀ ਗੱਲ ਉਹਦੇ 'ਚ ਇਹ ਹੈਗੀ ਹੈ ਕਿ ਜਿਹੜੇ ਭਾਈ ਸੁਖਰਾਜ ਸਿੰਘ ਹੋਰੀਆਂ ਜਿਹੜੇ ਮੋਰਚਾ ਲਾਈ ਬੈਠੇ ਨੇ, ਉਹਨਾਂ ਨੇ ਵੀ ਅੱਜ ਫੈਸਲਾ ਲੈਣਾ ਹੈ। ਉਹਨਾਂ ਨੇ ਵੀ ਕਿਹਾ ਕਿ ਜਿਹੜੇ ਸਿੱਖ ਆਗੂਆਂ ਨੂੰ ਇਹ ਰਿਪੋਰਟ ਸੌਂਪੀ ਹੈ, ਇਹ ਤਾਂ ਉਹਦੇ 'ਚ ਹੈ ਹੀ ਨਹੀਂ ਸੀ। ਦੂਜਾ ਉਹ ਕਹਿੰਦੇ ਜਿਹੜੀ ਤਾਜ਼ਾ ਸਥਿਤੀ ਕੀਤੀ ਕੀ ਹੈ, ਇਹ ਤਾਂ ਪਹਿਲਾਂ ਹੀ ਅਦਾਲਤ ਦੇ ਵਿੱਚ ਜਿਹੜੀ ਹੈ ਜਾਂਚ ਟੀਮ ਹੈ ਉਹ ਰਿਪੋਰਟ ਸੌਂਪ ਚੁੱਕੀ ਹੈ ਸਵਾ ਮਹੀਨਾ ਪਹਿਲਾਂ। ਉੱਥੋਂ ਜਿਹੜਾ ਮਰਜ਼ੀ ਕੋਈ ਲੈ ਸਕਦਾ ਹੈਗਾ। ਸਰਕਾਰ ਸਫਾਈ ਤੇ ਰਲਾ ਹੋਵੇ, ਕੋਈ ਹੋਰ ਜਿੰਨੇ ਉਸ ਕੇਸ ਦੇ ਵਿੱਚ ਪਾਰਟੀਆਂ ਨੇ, ਉਹਨਾਂ ਦਾ ਵਕੀਲ ਉੱਥੇ ਪੈਸੇ ਭਰ ਕੇ ਉਹਦੀ ਫੋਟੋਸਟੇਟ ਕਾਪੀ ਪ੍ਰਾਪਤ ਕਰ ਸਕਦਾ ਹੈਗਾ। ਕਦੇ ਕਿਹੜੀ ਨਵੀਂ ਗੱਲ ਕਰ ਦਿੱਤੀ ਗਈ ਹੈ। ਤੀਜੀ ਚੀਜ਼ ਇਹਦੇ ਵਿੱਚ ਇੱਕ ਹੋਰ ਵਾਪਰੀ ਕਿ ਉਸੇ ਵੇਲੇ ਜਿਵੇਂ ਇਹ ਆਪਾਂ ਬੇਅਦਬੀ ਕੇਸ ਨੂੰ ਗੋਲੀ ਕਾਂਡ ਨਾਲ ਰਲ ਕੱਢ ਕਰ ਲੈਂਦੇ ਆ ਜੀ, ਬੇਅਦਬੀ ਕਾਂਡ ਦੇ ਵਿੱਚ ਕਿਤੇ ਵੀ ਕਿਸੇ ਅਕਾਲੀ ਆਗੂ ਦਾ ਨਾਂ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਉਹ ਘਟਨਾ ਨੂੰ ਅੰਜਾਮ ਨਹੀਂ ਦਿੱਤਾ। ਉਹਨਾਂ ਦੀ ਸਰਕਾਰ ਵੇਲੇ ਹੋਈ ਸੀ, ਇਸ ਕਰਕੇ ਉਹ ਨਾਕਾਮ ਰਹੇ ਨੇ 3 ਮਹੀਨੇ ਦੋਸ਼ੀਆਂ ਨੂੰ ਲੱਭਣ ਵਾਸਤੇ। ਉਸੇ ਤਰ੍ਹਾਂ ਨਵੰਬਰ 2015 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਮੱਲਕੇ ਪਿੰਡ ਦੇ ਵਿੱਚ। ਉੱਥੇ ਸਾਡੀਆਂ ਗੁਰਬਾਣੀ ਦੀਆਂ ਜਿਹੜੀਆਂ ਸੈਂਚੀਆਂ ਸੀ ਉਹਨਾਂ ਦੀ ਬੇਅਦਬੀ ਹੁੰਦੀ ਹੈ ਤੇ 5 ਬੰਦੇ ਉਹਦੇ ਵਿੱਚ ਨਾਮਜ਼ਦ ਕੀਤੇ ਜਾਂਦੇ ਆ। ਤੁਹਾਨੂੰ ਯਾਦ ਹੋਵੇਗਾ ਕਿ ਸੇਵਕ ਸਿੰਘ ਇੱਕ ਉਸ ਪਿੰਡ ਦੇ ਵੱਡੇ ਗਵਾਹ ਨੇ ਜੀ। ਉਹਨਾਂ ਦੀ ਸਿਕਿਉਰਿਟੀ ਵੀ ਵਿਡਰਾ ਕਰਤੀ। ਉਹਨਾਂ ਨੇ ਕਿਹਾ ਕਿ ਮੇਰੀ ਸਿਕਿਉਰਿਟੀ ਲਈ ਭਗਵੰਤ ਸਿੰਘ ਮਾਨ ਦੀ ਸਰਕਾਰ ਜ਼ਿੰਮੇਵਾਰ ਹੈ ਜੇ ਕੁਝ ਹੁੰਦਾ ਹੈ। ਉਹ ਗਵਾਹੀ ਤੇ ਅੜੇ ਰਹੇ। ਉਹਨਾਂ ਨੂੰ 15 ਲੱਖ ਰੁਪਏ ਦੀ ਆਫਰ ਵੀ ਆਈ। ਇੱਕ ਸਿੰਪਲ ਕਿਸਾਨ ਹੈ ਉਹ ਜੀ। ਉਹ ਕਹਿੰਦੇ ਨਾ ਤਾਂ ਮੇਰੀ ਕਿਸੇ ਜਥੇਬੰਦੀ ਨੇ ਮਦਦ ਕੀਤੀ ਤੇ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਹਨਾਂ ਨੇ ਵੀ ਕੋਈ ਮਦਦ ਨਹੀਂ ਕੀਤੀ। ਜਦ ਕਿ ਇਹਨਾਂ ਨੇ ਤਾਂ ਉਹ ਜਿਹੜਾ ਹੁਕਮਨਾਮਾ ਜਾਰੀ ਕੀਤਾ ਡੇਰਾ ਸਿਰਸਾ ਦੇ ਵਿਰੋਧ ਦੇ ਵਿੱਚ, ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣ ਵਾਲਾ, ਉਹਦੇ ਤੇ ਇਸ਼ਤਿਹਾਰ ਜਾਰੀ ਕਰਤੇ 92 ਲੱਖ ਦੇ ਗੁਰੂ ਦੀ ਗੋਲਕ ਦੇ। ਇਹ ਗੱਲ ਗੁਰਸੇਵਕ ਸਿੰਘ ਹੋਰਾਂ ਨੇ ਸਾਡੇ ਨਾਲ ਗੱਲ ਕਰਦਿਆਂ, ਸੇਵਕ ਸਿੰਘ ਨੇ ਗੱਲ ਕਰਦਿਆਂ ਕਹੀ ਹੈ ਕਿ ਮੇਰੀ ਕਿਸੇ ਨੇ ਬਾਂਹ ਨਹੀਂ ਫੜੀ। ਕੁਝ ਸਿੰਘ ਜਿਹੜੇ ਮੇਰੇ 24 ਘੰਟੇ ਨਾਲ ਰਹਿੰਦੇ ਆ, ਉਹਨਾਂ ਨੇ ਬਾਂਹ ਫੜੀ ਆ। ਮੈਨੂੰ ਧਮਕੀਆਂ ਵੀ ਆਈਆਂ ਕਿ 6 ਕਰੋੜ ਆ ਅਸੀਂ ਡੇਰਾ ਜਿਹੜੇ ਪੈਰੋਕਾਰ ਆ ਉਹਦੇ, ਤੇ ਤੈਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਉਸ ਬੰਦੇ ਨੇ ਇਹ ਵੀ ਗੱਲ ਕੀਤੀ ਕਿ ਇਹਦੇ ਸਾਰੇ ਦੇ ਬਾਵਜੂਦ ਉਹ ਆਪਣੀ ਗਵਾਹੀ ਤੇ ਅੜਿਆ ਰਿਹਾ, ਜਿਹਦੇ ਕਰਕੇ 3 ਬੰਦਿਆਂ ਨੂੰ ਇਹਦੇ ਵਿੱਚ ਸਜ਼ਾ ਹੋ ਗਈ ਹੈ। 2 ਨੂੰ ਮਾਫ ਕਰ ਦਿੱਤਾ ਗਿਆ ਜੀ। ਇੱਕ ਮਿੱਠੂ ਸਿੰਘ ਹੈ। ਇਸ ਤਰ੍ਹਾਂ 5 ਬੰਦੇ ਟੋਟਲ ਨੇ। ਇੱਕ ਦਵਿੰਦਰ ਸਿੰਘ ਤੇ ਜਿਹੜਾ ਸਤਪਾਲ ਸੱਤਾ ਹੈ ਉਹਨੂੰ ਬਰੀ ਕਰਤਾ। 3 ਬੰਦਿਆਂ ਨੂੰ ਇਹਦੇ ਵਿੱਚ ਜਿਹੜੀ ਹੈ 3-3 ਸਾਲ ਦੀ ਸਜ਼ਾ ਤੇ 5-5 ਹਜ਼ਾਰ ਦਾ ਜੁਰਮਾਨਾ ਕਰ ਦਿੱਤਾ ਗਿਆ। ਹੁਣ ਇਹ ਪ੍ਰਚਾਰ ਇਹ ਚੱਲਦਾ ਹੈ ਕਿ ਇਹਦੇ ਵਿੱਚ ਸਜ਼ਾ ਪੂਰੀ ਨਹੀਂ ਹੋਈ। ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਵੇਲੇ ਇਹ ਕੇਸ IG ਰਣਵੀਰ ਸਿੰਘ ਖੱਡਾ ਸੇਵਾ ਮੁਕਤ ਨੇ ਬਣਾਇਆ ਸੀ, ਉਹ ਫਿਰ ਉਹਨਾਂ ਦਾ ਜਵਾਬ ਵੀ ਦੇ ਦੇਣ। ਤੇ ਲੋਕ ਇਹ ਕਹਿੰਦੇ ਆ ਕਿ ਕੇਸ ਹੀ ਕਮਜ਼ੋਰ ਬਣਾਇਆ ਗਿਆ। ਧਾਰਾ 295A ਦੇ ਵਿੱਚ ਜਿਹੜੀ ਸਜ਼ਾ ਹੈ ਉਹ 3 ਸਾਲ ਹੈ ਜੀ, ਤੇ 3 ਸਾਲ ਜੱਜ ਸਾਹਿਬ ਨੇ ਦੇਤੀ ਮੋਗੇ ਦੀ ਅਦਾਲਤ ਨੇ। ਤੇ ਦੂਜੇ ਪਾਸੇ ਜਿਹੜਾ 2018 ਦਾ ਮਾਮਲਾ ਪਿਆ ਹੈ ਕਿ 295A ਧਾਰਾ ਵਰਗਿਆਂ ਮਾਮਲਿਆਂ ਦੇ ਵਿੱਚ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹ ਬਹੁਤ ਦੇਰ ਤੋਂ
ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਸ਼ਾਇਦ ਉਹਦੇ ਤੇ ਗਵਰਨਰ ਸਾਹਿਬ ਨੇ ਦਸਤਖਤ ਨਹੀਂ ਕੀਤੇ। ਇਹਦੇ ਲਈ ਸਾਰੀਆਂ ਧਿਰਾਂ ਇੱਕ ਮੰਚ ਤੇ ਜਾ ਕੇ ਇਕੱਠੀਆਂ ਹੋ ਕੇ ਉਹਨੂੰ ਪੂਰਾ ਕਰਾਉਣ। ਇਹ ਤਾਂ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਗੁਰੂ ਨੇ, ਜੇ ਉਹਨਾਂ ਦੀ ਬੇਅਦਬੀ ਹੁੰਦੀ ਹੈ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਵੀ ਹੁੰਦੀ ਹੈ ਤਾਂ ਉਹਦੇ ਵਿੱਚ ਸਜ਼ਾ ਜਿਹੜੀ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ, ਬਲਕਿ ਸਜ਼ਾ ਉਮਰ ਕੈਦ ਦੇ ਨਾਲ ਲਿਖਿਆ ਜਾਵੇ ਤਾਂ ਉਮਰ ਕੈਦ, ਆਖਰੀ ਸਾਹ ਉਹਦਾ ਜੇਲ੍ਹ ਦੇ ਵਿੱਚ ਲੰਘੇ। ਜੀ ਢਿੱਲੋਂ ਸਾਹਿਬ, ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ। ਅਗਲੀ ਖਬਰ ਬੜੀ ਅਹਿਮ ਬਣ ਜਾਂਦੀ ਹੈ। ਕਾਰਨ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਦੂਜਾ ਵਿਆਹ ਕਰਵਾ ਚੁੱਕੇ ਨੇ, ਦੂਜੀ ਵਾਰ ਵਿਆਹ ਦੇ ਬੰਧਨ ਦੇ ਵਿੱਚ ਬੱਝੇ ਨੇ ਤੇ ਡਾਕਟਰ ਗੁਰਪ੍ਰੀਤ ਕੌਰ ਜੋ ਹਰਿਆਣਾ ਦੀ ਰਹਿਣ ਵਾਲੀ ਹੈ ਉਹਦੇ ਨਾਲ ਲਾਵਾਂ ਲਈਆਂ ਨੇ। ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੀ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਸਮਾਗਮ ਸੰਪੰਨ ਹੋਇਆ। ਇਹ ਵੀਰਵਾਰ ਦਾ ਸਮਾਗਮ ਸੀ ਜੀ। ਵੀਰਵਾਰ ਨੂੰ ਪਹਿਲਾਂ ਕਹਿੰਦੇ ਸੀ ਗੁਰਦੁਆਰਾ 8 ਸੈਕਟਰ ਦੇ ਗੁਰੂ ਘਰ ਦੇ ਵਿੱਚ ਸ਼ਾਇਦ ਆਨੰਦ ਕਾਰਜ ਕਰੇ ਜਾਣਗੇ, ਬਾਅਦ ਦੇ ਵਿੱਚ ਉਹ ਘਰੇ ਕੀਤੇ ਗਏ, ਪਾਲਕੀ ਸਾਹਿਬ ਉੱਥੇ ਲਿਆਂਦੇ ਗਏ। ਸੋ ਭਗਵੰਤ ਸਿੰਘ ਮਾਨ ਸਾਹਿਬ ਦੂਜੀ ਵਾਰ ਵਿਆਹ ਦੇ ਵਿੱਚ ਬੰਧਨ ਵਿੱਚ ਬੱਝੇ ਨੇ। ਅਸੀਂ ਆਪਣੇ ਮੰਚ ਵੱਲੋਂ ਉਹਨਾਂ ਨੂੰ ਵਧਾਈਓ ਦੇ ਸਕਦੇ ਹਾਂ। ਇਹ ਉਹਨਾਂ ਦਾ ਨਿੱਜੀ ਮਾਮਲਾ। ਪਹਿਲਾਂ ਡਾਕਟਰ ਜਿਹੜੇ ਉਹਨਾਂ ਦੇ ਪੁਰਾਣੇ ਪਤਨੀ ਨੇ ਇੰਦਰਪ੍ਰੀਤ ਕੌਰ ਗਰੇਵਾਲ ਤੇ 2 ਬੱਚੇ ਦਿਲਸ਼ਾਨ ਤੇ ਸੀਰਤ ਕੌਰ, ਉਹ ਉਹਨਾਂ ਦੇ ਨਾਲ ਨੇ। ਉਹਨਾਂ ਦਾ ਨਿੱਜੀ ਮਾਮਲਾ। 15 ਦਾ ਉਹਨਾਂ ਦਾ ਆਪਸ ਵਿੱਚ ਦੀ ਛੱਡ ਛਡਾਈ ਤਲਾਕ ਭਾਵ ਹੋਇਆ ਵਾ। ਉਸ ਤੋਂ ਬਾਅਦ ਜਦੋਂ ਇੱਕ ਵਾਰੀ ਪਹਿਲੀ ਪਤਨੀ ਨਾਲੋਂ ਤਲਾਕ ਹੋ ਜੇ ਫਿਰ ਦੂਜਾ ਦੋਨੇ ਪਾਸਿਆਂ ਤੋਂ ਕੋਈ ਵੀ ਧਿਰ ਆਪਣਾ ਨਵਾਂ ਘਰ ਵਸਾ ਸਕਦੀ। ਢਿੱਲੋਂ ਸਾਹਿਬ, ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਗਰੰਟੀ ਦਿੱਤੀ ਗਈ ਸੀ ਕਿ ਅਸੀਂ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦੇਵਾਂਗੇ ਤੇ ਉਸ ਨੂੰ ਕੈਬਨਿਟ ਦੇ ਵਿੱਚ ਵੀ ਹਰੀ ਝੰਡੀ ਮਿਲ ਗਈ ਹੈ, ਮੋਹਰ ਲੱਗ ਚੁੱਕੀ ਹੈ ਤੇ 1 ਜੁਲਾਈ ਤੋਂ ਇਹ ਫੈਸਲਾ ਲਾਗੂ ਹੋ ਚੁੱਕਿਆ ਹੈ ਤੇ ਹੁਣ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਮਿਲੇਗੀ ਤੇ ਇਹਦੇ ਉੱਤੇ ਕਿਲੋਵਾਟ ਦੀ ਜਿਹੜੀ ਸ਼ਰਤ ਸੀ ਉਹ ਵੀ ਮਾਨ ਸਾਹਿਬ ਨੇ ਖਤਮ ਕਰ ਦਿੱਤੀ ਹੈ। ਦੇਖੋ, ਪਹਿਲੀ ਗੱਲ ਤਾਂ ਉਹਨਾਂ ਦੀ ਗਰੰਟੀ ਸੀ ਕਿ 300 ਯੂਨਿਟ ਤੱਕ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਤੇ 300 ਯੂਨਿਟ ਤੱਕ ਮੁਫਤ ਬਿਜਲੀ 1 ਜੁਲਾਈ ਤੋਂ ਲਾਗੂ ਕਰ ਦਿੱਤੀ ਗਈ ਹੈ ਜੀ। ਇਹ ਹੁਣ ਸਰਕਾਰ ਦੇਖੇ ਕਿ ਉਹਨੇ ਬਿਜਲੀ ਬੋਰਡ ਨੂੰ, ਜਿਹਨੂੰ ਅੱਜ ਕੱਲ੍ਹ ਬਿਜਲੀ ਨਿਗਮ ਕਹਿੰਦੇ ਆ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਉਹਨੂੰ ਕਿਵੇਂ ਕੰਪਨਸੇਟ ਕਰਨਾ ਹੈ। ਉਹ ਤਾਂ ਪਹਿਲਾਂ ਹੀ ਸਬਸਿਡੀਆਂ ਦੇ ਵਿੱਚ ਘਿਰਿਆ ਫਿਰਦਾ ਹੈਗਾ। 1200 ਕਰੋੜ ਦੀ ਬਿਜਲੀ ਚੋਰੀ ਹੈ, 2800 ਕਰੋੜ ਰੁਪਇਆ ਸਰਕਾਰੀ ਮਹਿਕਮੇ ਨਹੀਂ ਦਿੰਦੇ ਤੇ 11000 ਕਰੋੜ ਇਸ ਚੀਜ਼ ਦਾ ਭਾਰ ਪੈ ਜਾਵੇਗਾ, ਜਿਹਦੇ ਵਿੱਚ 7000 ਕਰੋੜ ਇਸ ਤੋਂ ਪਹਿਲਾਂ ਜਿਹੜੀ ਖੇਤੀਬਾੜੀ ਦੀ ਬਿਜਲੀ ਸਬਸਿਡੀ ਹੈ ਤੇ ਦੂਜੀਆਂ ਸਬਸਿਡੀਆਂ ਨੇ, ਉਹਦਾ ਭਾਰ ਚੱਲਣਾ ਪੈ ਰਿਹਾ ਹੈਗਾ। ਸਰਕਾਰ ਪੈਸੇ ਇਕੱਠੇ ਕਰਕੇ ਬਿਜਲੀ ਨਿਗਮ ਨੂੰ ਜਿਉਂਦਾ ਰੱਖਣ ਵਾਸਤੇ ਕਿਵੇਂ ਇਹ ਸਰਕਾਰ ਜਾਣੇ। ਲੇਕਿਨ ਇਹ ਜਿਹੜਾ ਫੈਸਲਾ ਹੈ 1 ਤਰੀਕ ਤੋਂ ਲਾਗੂ ਹੋ ਗਿਆ। ਹੁਣ ਜਿਹੜਾ 1 ਸਤੰਬਰ ਨੂੰ 2 ਮਹੀਨਿਆਂ ਦਾ, ਜੁਲਾਈ ਤੇ ਅਗਸਤ ਦਾ ਬਿਜਲੀ ਦਾ ਬਿੱਲ ਆਵੇਗਾ, ਉਹਦੇ ਵਿੱਚੋਂ 600 ਯੂਨਿਟ ਕੱਟ ਕੇ ਆਉਣਗੇ। ਜਨਰਲ ਵਰਗ ਵਾਸਤੇ ਇਹ ਜ਼ਰੂਰ ਹੈ ਕਿ ਜੇ 600 ਯੂਨਿਟ ਤੋਂ ਵੱਧ ਗਿਆ ਤੇ ਸਾਰਾ ਬਿੱਲ ਵਸੂਲਿਆ ਜਾਊਗਾ ਤੇ ਜੇ 600 ਯੂਨਿਟ ਦੇ ਦਾਇਰੇ ਦੇ ਵਿੱਚ ਰਹਿੰਦਾ ਤੇ ਫਿਰ ਉਹਨਾਂ ਤੋਂ ਸਾਰਾ ਬਿੱਲ ਨਹੀਂ ਵਸੂਲਿਆ ਜਾਂਦਾ। ਸੋ ਇਹ ਗਰੰਟੀ ਜਿਹੜੀ ਮਾਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਇੱਥੇ ਐਲਾਨ ਕੀਤੀ ਸੀ, ਉਹ ਗਰੰਟੀ ਜਿਹੜੀ ਹੈ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਕਰਤੀ ਹੈ। ਹੁਣ ਇਹ ਇੰਜੀਨੀਅਰ ਬਲਦੇਵ ਸਿੰਘ ਸਰਾਂ CMD ਬਿਜਲੀ ਨਿਗਮ ਦੱਸਣ ਕਿ ਉਹਨਾਂ ਨੇ ਬਿਜਲੀ ਨਿਗਮ ਨੂੰ ਚਲਾਉਣਾ ਕਿਵੇਂ ਹੈ, ਉਹਨਾਂ ਕੋਲੇ ਸਰਮਾਇਆ ਕਿੱਥੋਂ ਆਏਗਾ। ਜੀ ਢਿੱਲੋਂ ਸਾਹਿਬ, ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ। ਅਗਲੀ ਖਬਰ ਬਲਵਿੰਦਰ ਜਟਾਣਾ। ਬਲਵਿੰਦਰ ਜਟਾਣਾ ਨਾਮ ਕਾਫੀ ਸਮੇਂ ਤੋਂ ਗੁਮਨਾਮ ਸੀ, ਪਰ ਸਿੱਧੂ ਮੂਸੇਵਾਲਾ ਨੇ ਆਪਣਾ SYL ਗੀਤ ਗਾਇਆ ਤੇ ਉਹਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲੈ ਦਿੱਤਾ, ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਨਾਮ ਆ ਚੁੱਕਾ ਹੈ ਤੇ ਇਸੇ ਦੇ ਚੱਲਦਿਆਂ ਹੁਣ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਵੀ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਲਗਾਉਣ ਦਾ ਫੈਸਲਾ ਕੀਤਾ ਗਿਆ। ਇਹ ਅਜਾਇਬ ਘਰ ਸਾਡਾ ਅੰਮ੍ਰਿਤਸਰ ਦੇ ਵਿੱਚ ਹੈ ਜੀ। ਬਲਵਿੰਦਰ ਸਿੰਘ ਜਟਾਣਾ ਤੇ ਇੱਕ ਹੋਰ ਨੇ, ਸ਼ਾਇਦ ਪ੍ਰਿੰਸੀਪਲ ਸੁਰਿੰਦਰ ਸਿੰਘ ਆ ਉਹਨਾਂ ਦਾ ਜੀ। ਉਹ 2 ਤਸਵੀਰਾਂ ਉੱਥੇ ਲਾਈਆਂ ਜਾਣਗੀਆਂ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਤਲੁਜ ਜਮਨਾ ਸੰਪਰਕ ਨਹਿਰ ਦੀ ਉਸਾਰੀ ਹੋ ਰਹੀ ਸੀ ਤਾਂ ਬਲਵਿੰਦਰ ਸਿੰਘ ਜਟਾਣਾ ਦੀ ਉਹਦੇ ਵਿੱਚ ਭੂਮਿਕਾ ਕੀ ਸੀ, ਕਿਉਂਕਿ SYL ਜਿਹੜਾ ਗੀਤ ਹੈ ਮੂਸੇ ਵਾਲੇ ਦਾ, ਉਹਦੀ ਮੌਤ ਤੋਂ ਬਾਅਦ ਜਾਰੀ ਹੋਇਆ, ਉਹਦੇ ਵਿੱਚ ਉਹਨੇ ਬਲਵਿੰਦਰ ਜਟਾਣੇ ਦਾ ਜ਼ਿਕਰ ਵੀ ਕੀਤਾ ਹੈ। ਸੋ ਫੈਸਲਾ ਕੀਤਾ ਕਿ ਬਲਵਿੰਦਰ ਜਟਾਣਾ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਈ ਜਾਵੇਗੀ। ਇਹ ਸ਼੍ਰੋਮਣੀ ਕਮੇਟੀ ਦਾ ਤੇ ਉਹਨਾਂ ਦਾ ਫੈਸਲਾ ਹੈ, ਉਹ ਜਾਣਨ ਤੇ ਜੇ ਉੱਥੇ ਤਸਵੀਰ ਲਾਈ ਜਾ ਰਹੀ ਹੈ ਤਾਂ ਉਹਨਾਂ ਦਾ ਆਪਣਾ ਫੈਸਲਾ ਕੀਤਾ ਗਿਆ। ਉੱਥੇ ਇਹ ਤਸਵੀਰ ਹੁਣ ਸੁਸ਼ੋਭਿਤ ਹੋਵੇਗੀ। ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਮਾਮਲੇ ਸਿਆਸੀ ਤੌਰ ਤੇ ਖੜਾ ਕਰਨ ਵਾਸਤੇ ਇੱਕ ਪਾਰਟੀ ਨੇ ਕੀਤੇ ਨੇ ਤੇ ਬੋਲਵਾਲਾ ਅਜੇ ਵੀ ਉਸੇ ਪਾਰਟੀ ਦਾ ਉੱਥੇ। ਤਾਂ ਬਲਵਿੰਦਰ ਸਿੰਘ ਜਟਾਣੇ
ਦੀ ਤਸਵੀਰ ਨੂੰ ਕਿਤੇ ਇਹ ਤਾਂ ਨਹੀਂ ਸੋਚਿਆ ਜਾ ਰਿਹਾ ਕਿ ਜਿਵੇਂ ਬੰਦੀ ਸਿੱਖਾਂ ਦਾ ਮਾਮਲਾ ਉਠਾਇਆ ਗਿਆ ਸੀ, ਇਹਦੇ ਨਾਲ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਉਹਨਾਂ ਪ੍ਰਤੀ ਕੋਈ ਨਾ ਕੋਈ ਤਬਦੀਲੀ ਆਵੇ। ਢਿੱਲੋਂ ਸਾਹਿਬ, ਨਸ਼ੇ ਦਾ ਮੁੱਦਾ ਬੜਾ ਭਖਦਾ ਹੋਇਆ ਨਜ਼ਰ ਆ ਰਿਹਾ। ਆਏ ਦਿਨ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਹੁਣ ਪੰਜਾਬ ਸਰਕਾਰ, ਖਾਸ ਕਰ ਪੰਜਾਬ ਪੁਲਿਸ ਵੀ ਕਾਫੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। DGP ਸਾਹਿਬ ਵੱਲੋਂ ਆਦੇਸ਼ ਦਿੱਤੇ ਗਏ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਇੱਕੋ ਦਿਨ ਇੱਕੋ ਸਮੇਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਹ ਕੱਲ੍ਹ ਸੀ ਜੀ। ਇਸ ਤੋਂ ਪਹਿਲਾਂ ਪਰਸੋਂ ਜਿਹੜੇ ਸਾਡੇ DGP ਸਾਹਿਬ ਨੇ, ਨਵੇਂ ਕਾਰਜਕਾਰੀ DGP ਸਾਹਿਬ ਜੀ, ਉਹ ਪਟਿਆਲੇ ਦੇ ਵਿੱਚ ਆਉਂਦੇ ਆ ਤੇ ਇੱਥੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਹ ਗੱਲ ਕਹਿ ਕੇ ਜਾਂਦੇ ਨੇ ਕਿ ਆਪਾਂ ਨਸ਼ਿਆਂ ਵਿਰੁੱਧ ਮੁਹਿੰਮ ਬਹੁਤ ਤੇਜ਼ ਚਲਾਉਣੀ ਹੈ। ਉਸ ਮੁਹਿੰਮ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅਸੀਂ ਤਾਂ ਕਹਿੰਦੇ ਹਾਂ ਕਿ ਨਸ਼ਾ ਮੁਕਤ ਪੰਜਾਬ ਹੋਵੇ ਜੀ, ਪਰ ਇਹਦੇ ਵਿੱਚ ਜਿਹੜੀਆਂ ਵੱਡੀਆਂ ਮੱਛੀਆਂ ਨੂੰ ਤੋੜਿਆ ਜਾਵੇ। ਇਹਨਾਂ ਨੇ ਇਹ ਮੁਹਿੰਮ ਉਹਨਾਂ ਖੇਤਰਾਂ ਦੇ ਵਿੱਚ ਚਲਾਈ ਜਿਨ੍ਹਾਂ ਤੇ ਸ਼ੱਕ ਸੀ ਕਿ ਇੱਥੋਂ ਨਸ਼ਾ ਵਿਕਦਾ ਹੈ। ਕੱਲ੍ਹ ਪੂਰੇ ਪੰਜਾਬ ਦੇ ਵਿੱਚ ਕਈ ਘੰਟੇ ਘਰ ਘਰ ਦੀ ਤਲਾਸ਼ੀ ਲੈਂਦੇ ਗਏ। ਮੇਰਾ ਖਿਆਲ ਇਹਦਾ ਜਿਹੜਾ ਪ੍ਰੈਸ ਨੋਟ ਆ ਇੱਕ ਅੱਧੇ ਦਿਨ ਦੇ ਵਿੱਚ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਸਾਹਿਬ ਜਾਰੀ ਕਰਨਗੇ ਤਾਂ ਜੋ ਪਤਾ ਲੱਗ ਸਕੇ ਕਿ ਪੂਰੇ ਪੰਜਾਬ ਦੇ ਵਿੱਚ ਇਸ ਅਰਸੇ ਦੌਰਾਨ ਪ੍ਰਾਪਤ ਕੀ ਹੋਇਆ ਹੈ। ਕੋਈ ਨਸ਼ੇ ਵਾਲੀਆਂ ਵਸਤਾਂ ਮਿਲੀਆਂ ਵੀਆਂ ਨੇ, ਕੋਈ ਦੋਸ਼ੀ ਵੀ ਮਿਲੇ ਨੇ, ਤੇ ਜਾਂ ਮਤਲਬ ਇਹ ਹਾਂ ਇੰਨਾ ਜ਼ਰੂਰ ਹੁੰਦਾ ਜਦੋਂ ਇਸ ਤਰ੍ਹਾਂ ਦੀ ਸਰਗਰਮੀ ਹੁੰਦੀ ਹੈ, ਜੇ ਇਹ ਲਗਾਤਾਰ ਚੱਲੀ ਜਾਵੇ ਤਾਂ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਡਰ ਦਾ ਮਾਹੌਲ ਰਹਿੰਦਾ ਹੈ। ਪਰ ਇਹਦੇ ਬਾਵਜੂਦ ਮੈਂ ਪੁਲਿਸ ਗੌਰਵ ਯਾਦਵ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਵੱਡੇ ਪੱਧਰ ਦੇ ਉੱਤੇ ਹੱਥ ਪਾਓ। ਜਦੋਂ ਵੱਡੇ ਪੱਧਰ ਤੇ ਹੱਥ ਪੈ ਗਿਆ ਤੇ ਫਿਰ ਇਹ ਸਾਰਾ ਕੁਝ ਹੈ। ਹਾਲੇ ਤੱਕ ਤਾਂ ਜਿਹੜਾ 3300 ਕਰੋੜ ਦਾ ਨਸ਼ਾ ਗੁਜਰਾਤ ਦੀ ਬੰਦਰਗਾਹ ਤੋਂ ਮਿਲਿਆ ਸੀ, ਉਹਦਾ ਸੁਰਖੀਆਂ ਖਤਮ ਹੋ ਗਈਆਂ, ਮਿੱਟੀ ਦੇ ਵਿੱਚ ਚਲੀ ਗਈ ਫਾਈਲ। ਵੱਡੇ ਖਤਮ ਹੋ ਗਏ, ਹੇਠਲੇ ਬਨੇਰੇ ਸਾਫ਼ ਕਰ ਦਿਓ, ਵਿਹੜੇ ਆਪਣੇ ਆਪ ਸਾਫ਼ ਹੋ ਜਾਣਗੇ। ਜੀ ਢਿੱਲੋਂ ਸਾਹਿਬ, ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਪੂਰੇ ਦੇਸ਼ ਭਰ ਦੇ ਵਿੱਚ ਬਾਰਿਸ਼ ਲਗਾਤਾਰ ਜਾਰੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਆ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਨਦੀਆਂ ਨਾਲੇ ਪੂਰੀ ਤਰ੍ਹਾਂ ਵਗਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਡੀ ਖਬਰ ਅਮਰਨਾਥ ਤੋਂ ਵੀ। ਅਮਰਨਾਥ ਦੇ ਵਿੱਚ ਬੱਦਲ ਫਟਣ ਦੇ ਨਾਲ 16 ਸ਼ਰਧਾਲੂਆਂ ਦੀ ਮੌਤ ਹੋਈ ਹੈ ਤੇ ਇਸ ਤੋਂ ਇਲਾਵਾ ਕਈ ਲਾਪਤਾ ਨੇ, ਕਈ ਜ਼ਖਮੀ ਨੇ ਤੇ ਕਾਫੀ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਸੀਗੇ, ਸ਼ਰਧਾਲੂ ਸੀ, ਉਹਨਾਂ ਨੂੰ ਸਹੀ ਤੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ। ਤੇ ਗੱਲ ਕੀਤੀ ਜਾਵੇ ਚੰਬਾ ਦੀ ਤਾਂ ਚੰਬਾ ਦੇ ਵਿੱਚ ਵੀ 2 ਥਾਂ ਦੇ ਉੱਤੇ ਬੱਦਲ ਫਟਿਆ ਹੈ। ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਨਹੀਂ ਹੋਇਆ ਜ਼ਿਆਦਾ। ਤੇ ਇਸੇ ਦੇ ਚੱਲਦੇ ਸ਼ਿਮਲਾ ਦੇ ਵਿੱਚ 4 ਮੰਜ਼ਲਾ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੇਖਦੇ ਹੀ ਦੇਖਦਿਆਂ ਮਿੱਟੀ ਦੇ ਢੇਰ ਦੇ ਵਿੱਚੋਂ ਇਮਾਰਤ ਬਦਲ ਗਈ, ਪਰ ਉੱਥੇ ਵੀ ਬਚਾ ਰਹਿ ਗਿਆ। ਧਰਮਿੰਦਰ ਜੀ, ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਅਮਰਨਾਥ ਦੀ ਯਾਤਰਾ ਹੈ, ਇਹਦੇ ਵਿੱਚ ਸਾਡੇ ਧਾਰਮਿਕ ਸੰਗਠਨਾਂ ਨੂੰ ਬਹਿ ਕੇ ਇਹਦੀ ਸਮਾਂ ਸਾਰਨੀ ਤਬਦੀਲ ਕਰ ਲੈਣੀ ਚਾਹੀਦੀ ਹੈ। ਇਹ ਯਾਤਰਾ ਉਦੋਂ ਹੁੰਦੀ ਹੈ ਜਦੋਂ ਬੱਦਲ ਦਾ ਕਹਿਰ ਬਹੁਤ ਵੱਡੀ ਪੱਧਰ ਤੇ ਵਰਤਦਾ ਹੈ। ਕਈ ਹੋਰ ਖੇਤਰ ਵੀ ਨੇ ਜਿੱਥੇ ਮੌਸਮ ਦੀ ਅਗਾਊਂ ਜਾਣਕਾਰੀ ਪ੍ਰਾਪਤ ਕਰਕੇ, ਕਈ ਵਾਰ ਤੁਸੀਂ ਦੇਖਿਆ ਹੋਣਾ ਹੈ ਕਿ ਪਹਿਲਾਂ ਵੀ ਜਦੋਂ ਘਟਨਾਵਾਂ ਵਾਪਰੀਆਂ ਸੀ ਤਾਂ ਪ੍ਰਸ਼ਾਸਨ ਨੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰੱਖਿਆ। ਸਵੇਰੇ ਪਹਿਲਾਂ ਇਹ ਦੇਖਿਆ ਜਾਂਦਾ ਸੀ ਕਿ ਮੌਸਮ ਦੀ ਭਵਿੱਖਬਾਣੀ ਕੀ ਹੈ, ਫਿਰ ਉਨੇ ਕੁ ਸ਼ਰਧਾਲੂਆਂ ਨੂੰ ਆਗਿਆ ਦਿੱਤੀ ਜਾਂਦੀ ਸੀ ਜਿਹੜੇ ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਵਾਪਸ ਪਰਤ ਆਉਣ। ਸੋ ਇਹਦੇ ਵਿੱਚ ਜਿਹੜਾ ਇਤਿਹਾਸ ਸਰਕਾਰ ਪੱਧਰ ਦੇ ਉੱਤੇ, ਸ਼ਰਧਾਲੂਆਂ ਦੇ ਪੱਧਰ ਦੇ ਉੱਤੇ ਜ਼ਰੂਰ ਕਰਨਾ ਚਾਹੀਦਾ ਹੈ। ਇੱਕ ਗੱਲ ਮੈਂ ਕਹਾਂ ਕਿ ਜਿਹੜਾ 15,000 ਤੋਂ ਵੱਧ ਵਿਅਕਤੀਆਂ ਨੂੰ ਫੌਜ ਨੇ ਤੇ ਜਿਹੜੇ ਰਾਹਤ ਕਾਰਜਾਂ 'ਚ ਜੁਟੇ ਹੋਰ ਅਧਿਕਾਰੀ ਹੈ, ਉਹਨਾਂ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਉਹਨਾਂ ਦੀ ਜਿਹੜੀ ਇਹ ਦੇਸ਼ ਭਗਤੀ ਹੈ, ਇਹਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ, ਸਲਾਮ ਕਰਦੇ ਹਾਂ। ਦੂਜੇ ਪਾਸੇ 16 ਦੇ ਕਰੀਬ ਮੌਤਾਂ ਵੀ ਹੋ ਗਈਆਂ ਨੇ। ਤੁਸੀਂ ਚੰਬੇ ਦੀ ਗੱਲ ਕੀਤੀ ਹੈ, ਕੁੱਲੂ ਦੀ ਗੱਲ ਹੋਈ ਹੈ, ਕਈ ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਸ਼ਿਵਲੇ ਦੀ ਗੱਲ ਤੁਸੀਂ ਕੀਤੀ ਹੈ, ਉਹ ਇਮਾਰਤ ਦੇ ਥੱਲਿਓਂ ਜ਼ਮੀਨ ਖਿਸਕਾਈ ਜਾ ਰਹੀ ਸੀਗੀ। ਕੋਈ ਬੰਬੇ ਦਾ ਠੇਕੇਦਾਰ ਦੱਸਿਆ ਜਾ ਰਿਹਾ ਹੈਗਾ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਜੇ ਮਨੁੱਖ ਬਹੁਤ ਸਾਰੀਆਂ ਚੀਜ਼ਾਂ ਮਨੁੱਖੀ ਗਲਤੀਆਂ ਕਰਕੇ ਵਾਪਰ ਰਹੀਆਂ ਨੇ, ਜਿਨ੍ਹਾਂ ਦਿਨਾਂ ਦੇ ਵਿੱਚ ਮੌਸਮ ਬਰਸਾਤ ਵਾਲਾ ਰਹੇ, ਚੰਗਾ ਇਹ ਹੋਵੇ ਕਿ ਉਹਨਾਂ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਵੱਲ ਨਾ ਯਾਤਰਾ ਕੀਤੀ ਜਾਵੇ, ਪਰਹੇਜ਼ ਰੱਖਿਆ ਜਾਵੇ। ਜਿਹਦਾ ਨਹੀਂ ਸਰਦਾ ਉਹ ਜਾਵੇ। ਆਮ ਤੌਰ ਤੇ ਜਿਹੜੇ ਮੇਰੇ ਤੁਹਾਡੇ ਵਰਗੇ ਜਾਂਦੇ ਨੇ ਕਿ ਚਲੋ ਸੈਰ ਸਪਾਟਾ ਹੀ ਕਰਾਈਏ, ਉਹਨਾਂ ਨੂੰ ਥੋੜ੍ਹਾ ਬਹੁਤਾ ਇਹ ਮਹੀਨਾ ਕੁ ਬਰਸਾਤੀ ਮੌਸਮ ਨੂੰ ਦੇਖ ਕੇ ਅਗਲੇ ਮੌਸਮ ਦੇ ਵਿੱਚ ਜਾਣ ਆਉਣ ਕਰਨਾ ਚਾਹੀਦਾ। ਜੀ ਢਿੱਲੋਂ ਸਾਹਿਬ, ਨਾਲ ਹੀ ਜਿਹੜਾ ਦਰਖਤ ਡਿੱਗਿਆ ਚੰਡੀਗੜ੍ਹ ਦੇ ਵਿੱਚ, ਕਰਮਲ ਕਨਵੈਂਟ ਸਕੂਲ ਦੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋਈ ਹੈ। ਕਈ ਵਿਦਿਆਰਥੀ ਤੇ
ਕੁਝ ਕੁ ਜਿਹੜੇ ਸਟਾਫ ਦੇ ਮੈਂਬਰ ਨੇ ਉਹ ਅਜੇ ਵੀ ਜ਼ਖਮੀ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤੇ ਇਸੇ ਦੇ ਚੱਲਦਿਆਂ ਮਣੀ ਮਾਜਰਾ ਦੇ ਮਾਡਲ ਮਿਡਲ ਸਕੂਲ ਦੇ ਵਿੱਚ ਵੀ ਇੱਕ ਚੀਲ ਦਾ ਦਰਖਤ ਸੀਗਾ, ਉਹ ਡਿੱਗਿਆ। ਤੇ ਇਸੇ ਦੇ ਚੱਲਦਿਆਂ ਬਚਾਅ ਇਹ ਹੋ ਗਿਆ ਕਿ ਛੁੱਟੀ ਸੀਗੀ, ਸ਼ਨੀਵਾਰ ਕਰਕੇ ਛੁੱਟੀ ਹੋਣ ਕਰਕੇ ਬਚਾਅ ਹੋ ਗਿਆ। ਤੇ 31 ਦੇ ਕਰੀਬ ਜਿਹੜੇ ਦਰਖਤ ਨੇ ਉਹਨਾਂ ਨੂੰ ਅੱਜ ਤੋਂ 2-3 ਸਾਲ ਪਹਿਲਾਂ ਹੈਰੀਟੇਜ ਦਰਖਤ ਐਲਾਨ ਦਿੱਤਾ ਗਿਆ ਸੀ। ਤੇ ਜਿਹੜਾ ਸਕੂਲ ਦੇ ਵਿੱਚ ਡਿੱਗਿਆ, ਜਿਹਦੇ ਥੱਲੇ ਆ ਕੇ ਬੱਚੀ ਦੀ ਮੌਤ ਹੋਈ ਆ, ਉਹ ਵੀ ਉਸ ਸੂਚੀ 'ਚ ਸੀ, ਪਰ ਫਿਰ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਚਬੂਤਰੇ ਬਣਾ ਦਿੱਤੇ ਜਾਂਦੇ ਨੇ, ਜੜ੍ਹਾਂ ਤੱਕ ਆਕਸੀਜਨ ਪਹੁੰਚਣੀ ਬੰਦ ਹੋ ਜਾਂਦੀ ਹੈ। ਇੱਥੋਂ ਤੱਕ ਕਿ ਜਿਹੜੇ ਸੀਵਰੇਜ ਨੇ, ਮੇਨ ਹਾਲ ਨੇ, ਉਹ ਵੀ ਜੜ੍ਹਾਂ ਦੇ ਥੱਲੋਂ ਨਿਕਲਦੇ ਨੇ। ਸੋ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ, ਪੁਰਾਣੇ ਦਰਖਤਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਧਰਮਿੰਦਰ ਜੀ, ਸਾਡੀ ਇੱਕ ਫਿਤਰਤ ਹੈ ਕਿ ਜਦੋਂ ਕੋਈ ਚੀਜ਼ ਵਾਪਰਦੀ ਆ ਉਸ ਤੋਂ ਬਾਅਦ ਇਹ ਪ੍ਰਸ਼ਾਸਨ ਤੁਰਦਾ ਹੈ। ਜਦੋਂ ਉਹ ਸਮਾਂ ਲੰਘ ਜਾਂਦਾ ਹੈ ਫਿਰ ਫਾਈਲਾਂ ਠੰਡੇ ਬਸਤਿਆਂ 'ਚ ਪਾ ਕੇ ਰੱਖ ਦਿੱਤੀਆਂ ਜਾਂਦੀਆਂ ਨੇ। ਜੇ 4 ਸਾਲ ਨਾਲ ਘਟਨਾ ਵਾਪਰੇ, ਉਹ 4 ਸਾਲ ਪਈਆਂ ਰਹਿਣਗੀਆਂ। ਨਵੀਂ ਘਟਨਾ ਵਾਪਰੂਗੀ, ਫਿਰ ਉਧਰਲੇ ਪਾਸੇ ਨੂੰ ਘੂੰ ਕਰਕੇ ਇਹ ਭੱਜੇ ਜਾਂਦੇ ਨੇ। ਇਹਨਾਂ ਦੇ ਵਿੱਚ ਜਿਵੇਂ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਕਿਹਾ ਗਿਆ ਸੀ ਕਿ ਇਹਨਾਂ ਦੀ ਸਾਂਭ ਸੰਭਾਲ ਕਰੋ। ਜਿਹੜੇ ਇਹਦੇ ਨਾਲ ਸੰਬੰਧਿਤ ਵਿਭਾਗ ਨੇ, ਚਲੋ ਇੱਕ ਹਰਨਾਮ ਸਿੰਘ ਕੋਈ ਲੜਕੀ ਤਾਂ ਚਲੋ ਵਿਚਾਰੀ ਚਲੀ ਗਈ, ਤੇ ਹੋਰ ਕਿਸੇ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ, ਉਹ ਸਵਾਰੇ ਸੰਬੰਧਿਤ ਵਿਭਾਗਾਂ ਨੂੰ ਉਹਦੇ ਤੇ ਪੂਰੀ ਜਾਣਕਾਰੀ, ਜੇ ਹਾਈ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਆਹ ਕੰਮ ਕਰੋ, ਹੁਣ ਜੇ ਨਹੀਂ ਹੋਇਆ ਤਾਂ ਸੂਓ ਨੋਟਿਸ ਲੈ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰਾਂ ਦੇ ਕੰਨ ਹੋ ਜਾਣ। ਇੱਥੇ ਸਜ਼ਾ ਤਾਂ ਬਾਅਦ ਦੇ ਵਿੱਚ ਛੱਡੋ, ਉਹਨਾਂ ਨੂੰ ਬਚਾਉਣ ਵਾਲੇ ਪਹਿਲਾਂ ਤੁਰ ਪੈਂਦੇ ਨੇ ਜੀ। ਜਦੋਂ ਇਹ ਮੇਰਾ ਭੂਆ ਦਾ ਮੁੰਡਾ, ਇਹ ਮਾਮੇ ਦਾ ਮੁੰਡਾ, ਇਹ ਤਾਏ ਦਾ ਮੁੰਡਾ, ਇਹ ਚਾਚੇ ਦਾ ਮੁੰਡਾ, ਇਹ ਫਲਾਨਾ, ਇਹ ਢਿਮਕਾ, ਇਹ ਰਿਸ਼ਤੇਦਾਰੀ ਹੈ, ਤੇ ਫਿਰ ਜਿਹੜੇ ਅਸਲ ਦੋਸ਼ੀ ਬਚ ਜਾਂਦੇ ਨੇ। ਇੱਕ ਛੋਟੇ ਮੋਟੇ ਕਰਮਚਾਰੀਆਂ ਤੇ ਛੋਟੀ ਮੋਟੀ ਕਾਰਵਾਈ ਕਰਕੇ ਬੁੱਤਾ ਸਾਰਿਆ ਜਾਂਦਾ ਹੈ, ਅਸਲੀਅਤ ਤੱਕ ਨਹੀਂ ਜਾਇਆ ਜਾਂਦਾ, ਜਿਹੜਾ ਕਿ ਬਹੁਤ ਖਤਰਨਾਕ ਹੈ ਜੀ। ਟਿਲ ਸਾਹਿਬ, ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ। ਸੰਤ ਬਲਵੀਰ ਸਿੰਘ ਸੀਚੇਵਾਲ ਸਣੇ ਹੋਰਨਾਂ 23 ਰਾਜ ਸਭਾ ਮੈਂਬਰਾਂ ਨੇ ਆਪਣਾ ਹਲਫ ਚੁੱਕ ਲਿਆ। ਇਹ ਰਾਜ ਸਭਾ ਦੀਆਂ ਚੋਣਾਂ ਹੋਈਆਂ ਸੀ, ਉਹਦੇ ਵਿੱਚ ਪੰਜਾਬ ਦੇ ਆਪਣੇ 7 ਨੇ, 5 ਪਹਿਲਾਂ ਚੁਣੇ ਗਏ ਸੀ, 2 ਹੁਣ ਬਣੇ ਨੇ। ਤੇ ਇਹਦੇ ਵਿੱਚ ਜਿਹੜਾ ਉਹਨਾਂ ਨੇ ਪਹਿਲੇ ਦਿਨ ਜਾ ਕੇ ਉੱਥੇ ਹਲਫ ਚੱਕਣਾ ਪੈਂਦਾ ਹੁੰਦਾ, ਇਹ ਨਿਯਮ ਹੈ। ਉਹਨਾਂ ਨੇ ਵੀ ਚੱਕਿਆ, 2 ਦਰਜਨ ਦੇ ਕਰੀਬ ਟੋਟਲ ਬੰਦਿਆਂ ਨੇ, ਜਿਹਦੇ ਵਿੱਚ ਆ ਸਾਡੀ ਜਿਹੜੀ ਵਿੱਤ ਮੰਤਰੀ ਆ ਬੀਬੀ ਨਿਰਮਲਾ ਸੀਤਾਰਮਨ, ਇਹਨਾਂ ਨੇ ਵੀ, ਵਣਜ ਮੰਤਰੀ ਪਿਊਸ਼ ਗੋਇਲ, ਉਹਨਾਂ ਨੇ ਵੀ ਜਾ ਕੇ ਚੱਕਿਆ। ਅਸੀਂ ਇਹਨਾਂ ਨੂੰ ਵਧਾਈ ਦੇ ਸਕਦੇ ਹਾਂ ਕਿ ਤੁਸੀਂ ਹਲਫ ਚੱਕਿਆ। ਉਹ ਇਸੇ ਤਰ੍ਹਾਂ ਜਿਵੇਂ ਹਲਫ ਚੱਕਿਆ, ਇਸੇ ਤਰ੍ਹਾਂ ਪੰਜਾਬ ਦੇ ਮਸਲੇ ਵੀ ਸੀਚੇਵਾਲ ਸਾਹਿਬ ਚੱਕਦੇ ਰਹੋ। ਤੁਹਾਡੇ ਤੋਂ ਆਸਾਂ ਨੇ ਕਿ ਵਾਤਾਵਰਣ ਦੇ ਉੱਤੇ ਤੁਸੀਂ ਜ਼ਰੂਰ ਕੁਝ ਨਾ ਕੁਝ ਕਰੋਗੇ ਜੀ। ਢਿੱਲੋਂ ਸਾਹਿਬ, ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ। ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਮਿਲ ਰਿਹਾ, ਜਦ ਕਿ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਕਿ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜੇ ਹੋਏ ਸੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ, ਸੰਗਰੂਰ ਲੋਕ ਸਭਾ ਸੀਟ ਇਹਨਾਂ ਦੇ ਹੱਥੋਂ ਨਿਕਲ ਗਈ। ਦੇਖੋ, ਇਹ ਜਦੋਂ 2022 ਦੇ ਵਿੱਚ ਨੁਕਸਾਨ ਹੋਇਆ, ਇਹਨਾਂ ਨੇ ਕਈ ਦਿਨ ਆਪਦਾ ਮੰਥਨ ਜਾ ਕੀਤਾ ਬੈਠ ਕੇ, ਭਾਵੇਂ ਕੋਰ ਕਮੇਟੀ ਸੀ ਭਾਵੇਂ ਦੂਜੀ ਸੀ। ਅਕਾਲੀ ਦਲ ਦੇ ਪ੍ਰਧਾਨ ਮੌਜੂਦਾ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਬੈਠ ਕੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਹਿੰਦੇ ਸੀ ਤੇ ਉਹ ਸਿਰਫ ਸੁਣਦੇ ਸੀ। ਇਹਨਾਂ ਨੇ ਇੱਕ ਕਮੇਟੀ ਬਣਾਈ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ। ਉਸ ਕਮੇਟੀ ਨੇ ਆਪਦੀਆਂ ਜਿਹੜੀ ਰਿਪੋਰਟ ਦਿੱਤੀ, ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਕਿ ਲੀਡਰਸ਼ਿਪ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਇਹਨਾਂ ਨੂੰ ਨਵਾਂ ਨਹੀਂ ਮਿਲ ਰਿਹਾ। ਕਾਰਨ ਕੀ ਹੈ ਕਿ ਸਰਮਾਏ ਦੇ ਪੱਖ ਤੋਂ ਕੋਈ ਦੂਜਾ ਬੰਦਾ ਸੁਖਬੀਰ ਸਿੰਘ ਬਾਦਲ ਦੇ ਨੇੜੇ ਤੇੜੇ ਨਹੀਂ ਜਾਂਦਾ, ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਹੈ। ਉਹਨਾਂ ਨੂੰ ਕੱਲ੍ਹ ਹੀ ਅਖਬਾਰ ਦੇ ਵਿੱਚ ਖਬਰ ਛਪੀ ਸੀ ਕਿ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਲੱਭ ਰਿਹਾ। ਇੱਕ ਜਗਮੀਤ ਸਿੰਘ ਬਰਾੜ ਹੋਰਾਂ ਨੇ ਵੀ ਹੱਲਾ ਦਿੱਤਾ ਕਿ ਹੁਣ ਇੱਕ ਪਰਿਵਾਰ ਦੀਆਂ ਘੋੜੀਆਂ ਗਾਉਣਾ ਛੱਡ ਕੇ ਆਪਾਂ ਕੋਈ ਨਵਾਂ ਪ੍ਰਧਾਨ ਲੱਭੀਏ, ਨਵਾਂ ਲੀਡਰਸ਼ਿਪ ਲਿਆਂਦੀ ਜਾਵੇ। ਕਿ ਕਈਆਂ ਦਾ ਇਹ ਵੀ ਵਿਚਾਰ ਸੀ ਕਿ ਹਾਲੇ ਵਕਤੀ ਤੌਰ ਤੇ ਤਬਦੀਲੀ ਕਰ ਲਈ ਜਾਵੇ, ਕਿਸੇ ਇਸ ਬੰਦੇ ਨੂੰ ਬਾਂਗਡੋਰ ਦੇ ਦਿਓ ਜਿਹੜਾ ਉਸ ਪਰਿਵਾਰ ਦਾ ਬਹੁਤ ਨੇੜਲਾ ਹੋਵੇ ਤੇ ਜਦੋਂ ਕੱਲ੍ਹ ਨੂੰ ਉਹ ਛਡਾਉਣ ਤੇ ਉਹ ਛੱਡ ਵੀ ਦੇਵੇ। ਇਹ ਵੀ ਇੱਥੇ ਸਮੱਸਿਆ ਨਾ ਕਿ ਜਿਹੜਾ ਬੰਦਾ ਇੱਕ ਵਾਰੀ ਸੀਟ ਤੇ ਬਹਿ ਗਿਆ ਤੇ ਫਿਰ ਉਹ ਦੂਜੀ ਵਾਰ ਛੱਡਦਾ ਨਹੀਂ ਹੁੰਦਾ। ਜਿਵੇਂ 1985 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸੀ। ਦੂਜੀ ਚੀਜ਼ ਜਗਮੀਤ ਸਿੰਘ ਬਰਾੜ ਨੇ ਇਹ ਵੀ ਕਹੀ ਹੈ ਕਿ ਜਿਹੜੇ ਬੰਦੇ ਛੱਡ ਕੇ ਚਲੇ ਗਏ, ਪਾਰਟੀ ਤੋਂ ਵੱਖ ਹੋ ਗਏ, ਸਾਨੂੰ ਉਹਨਾਂ ਆਗੂਆਂ ਨੂੰ ਵੀ ਪਾਰਟੀ ਦੇ ਨਾਲ ਜੋੜਨਾ ਚਾਹੀਦਾ ਹੈ। ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਬਣੀ ਹੈ ਉਹਦੇ ਲਈ ਉਹਦੀ ਲੀਡਰਸ਼ਿਪ ਬਿਲਕੁਲ ਜ਼ਿੰਮੇਵਾਰ ਹੈ। ਇਹਨਾਂ ਨੂੰ ਸਿਰ ਜੋੜ ਕੇ ਬੈਠ ਕੇ
ਉਹਦੇ ਅਸਲੀ ਕਾਰਨਾਂ ਤੱਕ ਜਾਣਾ ਚਾਹੀਦਾ ਹੈ। ਫਿਰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪ੍ਰਧਾਨ ਜੀ ਦੇ ਖਿਲਾਫ ਜਾਂਦੀ ਹੈ ਜਾਂ ਆ ਜਾਂਦੀ ਹੈ ਉਹ ਜਾਂਦੀ ਹੈ। ਜੇ ਚਾਪਲੂਸੀਆਂ ਸਾਹਮਣੇ ਬਹਿ ਕੇ ਕਰਨੀਆਂ ਨੇ, ਅਸਲੀਅਤ ਤੇ ਜਾਓ। ਅਕਾਲੀ ਦਲ ਦਾ ਜਿਉਂਦਾ ਰਹਿਣਾ ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ। ਅਕਾਲੀ ਦਲ ਖੇਤਰੀ ਪਾਰਟੀ ਕਿਸੇ ਰਾਜ ਲਈ ਜੇ ਖੜੀ ਰਹਿੰਦੀ ਹੈ ਤਾਂ ਉਸ ਰਾਜ ਲਈ ਸ਼ੁਭ ਸ਼ਗਨ ਹੈ ਜੀ। ਕੇਂਦਰੀ ਮੰਤਰੀ ਹਰਦੀਪ ਪੁਰੀ ਉਹ ਵੀ 2 ਦਿਨਾਂ ਦੇ ਪੰਜਾਬ ਦੇ ਦੌਰੇ ਤੇ ਨੇ ਜੀ। ਉਹ ਬਠਿੰਡੇ ਆਏ ਹੋਏ ਨੇ ਜੀ। ਬਠਿੰਡੇ ਦੇ ਵਿੱਚ ਉਹਨਾਂ ਦਾ 2 ਦਿਨ ਦਾ ਦੌਰਾ ਸੀ। ਲੋਕਾਂ ਨੂੰ ਮਿਲੇ, ਭਾਜਪਾ ਵਰਕਰਾਂ ਨੂੰ ਮਿਲੇ। ਕੱਲ ਉਹ ਜਿਹੜਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੀ ਸ਼ਾਖਾ ਬਣੀ ਆ ਬਠਿੰਡੇ ਦੇ ਵਿੱਚ, ਉਹਦਾ ਦੌਰਾ ਕਰਕੇ ਆਏ ਨੇ। ਬਹੁਤ ਸਾਰਿਆਂ ਨੇ ਉਹਨਾਂ ਤੋਂ 2-3 ਮੰਗਾਂ ਮੰਗੀਆਂ ਨੇ ਪੁਰੀ ਸਾਹਿਬ ਤੋਂ। ਇੱਕ ਤਾਂ ਜਿਹੜਾ ਬਠਿੰਡਾ ਬਰਨਾਲਾ ਸੜਕ ਦੇ ਉੱਤੇ ਪੁਲ ਬਣਾਇਆ ਗਿਆ ਜੀ, ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਜਿਹੜੇ ਇੰਜੀਨੀਅਰ ਆ ਨਾ, ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਪਦਮ ਭੂਸ਼ਣ ਤੋਂ ਵੀ ਕੋਈ ਉੱਚਾ ਅਵਾਰਡ ਦੇਣ, ਕਿਉਂਕਿ ਜਿੰਨੇ ਹਾਦਸੇ ਹੁੰਦੇ ਨੇ ਇਹਨਾਂ ਪੁਲਾਂ ਦੀ ਗਲਤ ਡਿਜ਼ਾਈਨਿੰਗ ਕਰਕੇ ਹੁੰਦੇ ਨੇ, ਸੜਕਾਂ ਦੀ ਗਲਤ ਡਿਜ਼ਾਈਨਿੰਗ ਕਰਕੇ ਹੁੰਦੇ ਨੇ। ਪੰਜਾਬ ਦੇ ਬਹੁਤ ਸਾਰੇ ਸ਼ਹਿਰ ਇਹਨਾਂ ਦੀ ਗਲਤ ਡਿਜ਼ਾਈਨਿੰਗ ਕਰਕੇ ਵੰਡ ਦਿੱਤੇ ਗਏ, ਮਿੱਟੀ ਨਾਲ ਪੁਲ ਬਣਾ ਦਿੱਤੇ ਗਏ। ਇਹ ਪਾਣੀ ਦੀ ਕਿਤੇ ਨਿਕਾਸੀ ਨਹੀਂ, ਜਦ ਕਿ ਪਾਣੀ ਦੀ ਨਿਕਾਸੀ ਰੱਖਣੀ ਜ਼ਰੂਰੀ ਸੀ। ਤੇ ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਬਠਿੰਡੇ ਦਾ ਹਵਾਈ ਅੱਡਾ ਹੈ ਭੀਸੀਆਣੇ ਦਾ, ਉਹਦੇ ਤੇ ਜਿਹੜੀਆਂ ਘਰੇਲੂ ਘੱਟੋ ਘੱਟ ਉਡਾਨਾਂ ਤਾਂ ਸ਼ੁਰੂ ਕਰ ਦਿਓ। ਪੁਰੀ ਸਾਹਿਬ ਦਾ ਆਪਣਾ ਹੀ ਮਹਿਕਮਾ ਉਹ ਤਾਂ, ਤੇ ਉਹ ਮੇਰੇ ਖਿਆਲ ਵਾਅਦਾ ਵੀ ਕਰਕੇ ਗਏ ਨੇ ਕਿ ਅਗਲੇ ਸਮਾਂ ਦੇ ਵਿੱਚ ਛੋਟਾ ਜਹਾਜ਼, ਪੁਰੀ ਸਾਹਿਬ ਤਾਂ ਉੱਥੇ ਜਹਾਜ਼ ਚਲਾ ਦੇਣਗੇ, ਪਰ ਉਹ ਜਿਹੜੀ ਏਅਰਲਾਈਨ ਚਲਾਏਗੀ, ਜਹਾਜ਼ਾਂ ਦੀ ਕੰਪਨੀ ਚਲਾਏਗੀ, ਉਹਨੂੰ ਸਵਾਰੀਆਂ ਵੀ ਚਾਹੀਦੀਆਂ ਨੇ। ਜੇ ਸਵਾਰੀਆਂ ਹੀ 5-7 ਹੋਈਆਂ ਤੇ ਟਾਂਗੇ ਵਾਂਗੂ ਉਹੀ ਹੱਕੀ ਤੁਰੇ ਫਿਰਿਓ, ਇਹ ਗੱਲ ਮੰਨੀ ਨਹੀਂ ਜਾਣੀ। ਉਮੀਦ ਰੱਖਣੀ ਚਾਹੀਦੀ ਹੈ ਬਠਿੰਡੇ ਵਾਲਿਆਂ ਨੂੰ। ਤੇ ਜੇ ਉੱਥੋਂ ਇਹਨਾਂ ਨੇ ਲੋਕਲ ਉਡਾਨ ਮੇਰੇ ਖਿਆਲ ਹਫ਼ਤੇ 'ਚ 1-2 ਦਿਨ ਹੀ ਚੱਲ ਸਕਦੀ ਹੈ, ਤੇ ਜੇ ਉੱਥੇ ਮੁਸਾਫਰਾਂ ਦੀ ਗਿਣਤੀ ਵੱਧ ਗਈ ਤੇ ਕਿਹੜੀ ਹਵਾਈ ਲਾਈਨ ਹੈ ਜਿਹੜੀ ਉੱਥੋਂ ਆਪਦੇ ਹਵਾਈ ਜਹਾਜ਼ਾਂ ਦੀ ਗਿਣਤੀ ਨਾ ਵਧਾਵੇ। ਜੀ ਢਿੱਲੋਂ ਸਾਹਿਬ, ਸਿਮਰਨਜੀਤ ਸਿੰਘ ਮਾਨ ਹੁਣ ਮੈਂਬਰ ਲੋਕ ਸਭਾ ਬਣ ਚੁੱਕੇ ਨੇ ਤੇ ਇਸੇ ਦੇ ਚੱਲਦੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਤੇ ਐਸਜੀਪੀਸੀ ਚੋਣਾਂ ਵੀ ਕਰਵਾਈਆਂ ਜਾਣਗੀਆਂ। ਇਹ ਮਾਨ ਸਾਹਿਬ ਪਹਿਲੇ ਦਿਨ ਤੋਂ ਕਹਿ ਕੇ ਚੱਲ ਰਹੇ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਕਿ ਦੋਹੇ ਰਾਸ਼ਟਰਪਤੀ ਉਮੀਦਵਾਰਾਂ ਨੂੰ ਕਹਿਤਾ ਕਿ ਪੰਜਾਬ ਦੀਆਂ ਕੁਝ ਮੰਗਾਂ ਨੇ, ਇਹਦੇ ਬਾਰੇ ਦੱਸਿਓ ਤੁਸੀਂ, ਤੁਹਾਡਾ ਕੀ ਖਿਆਲ ਹੈ, ਕੀ ਕਰੋਗੇ ਕੀ ਨਹੀਂ ਕਰੋਗੇ। ਜਿਹੜਾ ਦੋਨਾਂ ਚੋਂ ਦ੍ਰੋਪਦੀ ਮੁਰਮੂ ਜਾਂ ਯਸ਼ਵੰਤ ਸਿਨਹਾ, ਇਹਨਾਂ ਦੋਨਾਂ ਚੋਂ ਜਿਹੜਾ ਵੀ ਹਾਮੀ ਭਰੇਗਾ ਮੈਂ ਉਹਦੇ ਨਾਲ ਖੜਾਂਗਾ, ਉਹਨੂੰ ਆਪਣੀ ਵੋਟ ਦੇਵਾਂਗਾ। ਉਹਨਾਂ ਨੇ ਇਹ ਵੀ ਕਿਹਾ ਕਿ 11 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਤੇ ਉਹਨਾਂ ਚੋਣਾਂ ਨੂੰ ਕਰਾਉਣ ਵਾਸਤੇ ਵੀ ਮੈਂ ਗ੍ਰਹਿ ਮੰਤਰਾਲੇ ਨਾਲ ਤੇ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਕਰਾਂਗਾ। ਜੀ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਖਬਰਾਂ ਤੇ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ। ਤੇ ਨਾਲ ਹੀ ਦਰਸ਼ਕਾਂ ਦਾ ਵੀ ਧੰਨਵਾਦ ਹੈ ਜਿਹੜੇ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਦੇਖਦੇ ਨੇ, ਸੁਣਦੇ ਨੇ, ਪ੍ਰੋਗਰਾਮਾਂ ਨੂੰ ਪੂਰਾ ਪਿਆਰ ਦੇ ਰਹੇ ਨੇ। ਖਬਰ ਤੋੜ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਸੋ ਇਸੇ ਤਰ੍ਹਾਂ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।